ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਖਾਸ ਪ੍ਰੋਗਰਾਮ ਡਰੋਨ ਦ ਬੰਬ ਦੇ ਵਿੱਚ ਸਵਾਗਤ ਹੈ। ਦੇਸ਼ ਵਿਰੋਧੀ ਤਾਕਤਾਂ ਨੇ ਸਰਹੱਦ ਤੇ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਲਈ ਜੋ ਨਵੀਂ ਤਕਨੀਕ ਅਪਣਾਈ ਹੈ, ਉਸ ਦੇ ਭਵਿੱਖ ਤੇ ਮੌਜੂਦਾ ਹਾਲਾਤ ਸੁਰੱਖਿਆ ਦਸਤਿਆਂ ਲਈ ਵੱਡੀ ਸਿਰਦਰਦੀ ਨੇ, ਕਿਉਂਕਿ ਅੰਕੜਾ ਪਿਛਲੇ ਸਾਲ ਦੇ ਨਾਲੋਂ ਦੁੱਗਣਾ ਹੈ। ड्रोन एक होंदी आम ड्रोन नहीं, एक ड्रोन जड़ा एक बॉम्ब है और एक तुसी समझ लो एक बॉम्बर एयरक्राफ्ट है विदाउट पायलट। जी हाँ, ड्रोन एक साइलेंट बम है जो आवाज नहीं करता पर तबाही तो घट नहीं। तबाही करता है, सप्लाई हुंदा नशा ते हथियारां नाल तबाह हुंदा है अमन अमान। पंजाब दी सरहद ते लगातार ड्रोन दी वाधी एक्टिविटी सुरक्षा दस्तियां लई एक वड्डी चुनौती बनिया है। पिछले साल दे नालों ड्रोन दी एक्टिविटी दा वधिया आंकड़ा हैरान ते परेशान करदा है। भारत पाकिस्तान सरहद ते ड्रोन दी एक्टिविटी होई है 2022 दे विच 186 वार ड्रोन वेख्या गया। 2021 दे विच 64 वार अजिहा होया ਤਾਂ 2020 ਦੇ ਵਿੱਚ ਅੰਕੜੇ ਘੱਟ ਸਨ 47 ਵਾਰ। ਇਹ ਅੰਕੜੇ ਸ਼ੀਸ਼ੇ ਵਾਂਗੂ ਸਾਫ਼ ਨੇ ਤੇ ਕਿਸ ਤਕਨੀਕ ਦੇ ਨਾਲ ਦੁਸ਼ਮਣ ਤੇ ਵੱਡੇ ਮਗਰਮੱਛਾਂ ਨੇ ਪੰਜਾਬ ਦੇ ਰਸਤੇ ਭਾਰਤ 'ਚ ਐਕਟੀਵਿਟੀ ਵਧਾਈ ਹੈ, ਇਹ ਬਹੁਤ ਅਹਿਮ ਹੈ। ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਭਾਰਤ ਦੇ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਲਈ ਨਵੇਂ-ਨਵੇਂ ਢੰਗ ਤਰੀਕੇ ਅਪਣਾਉਂਦੀਆਂ ਨੇ। ਹਾਲਾਂਕਿ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਡਰੋਨ ਦੇ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਸਭ ਤੋਂ ਅਹਿਮ ਹੈ ਕਿ ਡਰੋਨ ਕਦੋਂ ਤੇ ਕਿਉਂ ਸਰਹੱਦ ਤੇ ਨਾਜਾਇਜ਼ ਸਪਲਾਈ ਲਈ ਸ਼ੁਰੂ ਹੋਏ, ਕਿਉਂਕਿ ਹੁਣ ਤੱਕ ਪਾਣੀ ਤੇ ਸਰਹੱਦ ਤੇ ਧੁੰਦ ਦੀ ਆੜ ਦੇ ਵਿੱਚ ਨਸ਼ਾ ਤੇ ਹਥਿਆਰ ਸਪਲਾਈ ਹੁੰਦੇ ਸਨ। एक पाकिस्तान ਦਾ ਇੱਕ ਨਿਊ ਵਾਰਫੇਅਰ ਜਾਂ ਨਿਊ ਇਹਨਾਂ ਨੇ ਬਾਰਡਰ ਵਾਇਲੇਸ਼ਨ ਦੀ ਟੈਕਨੀਕਸ ਸੋਚੀ ਸਮਝੀ ਕਿ ਅਸੀਂ ਫੈਂਸ ਦੇ ਥਰੂ ਕਰਦੇ ਆ, ਉਹ ਫੜੇ ਜਾਂਦੇ ਆ। ਅਸੀਂ ਜਿਹੜੇ ਰਿਵਰਸ ਕ੍ਰਿਸ ਕ੍ਰਾਸ ਕਰ ਰਹੇ ਆ ਉਹਦੇ ਵਿੱਚ ਵੀ BSF ਨੇ ਕਾਫੀ ਸਟਰੋਂਗ ਡਿਫੈਂਸਿਸ ਕਰਤੀਆਂ ਨੇ। ਇਹਨਾਂ ਨੇ ਫਿਰ ਟਨਲਸ ਵੀ ਡਿਗ ਕਰਨੇ ਸ਼ੁਰੂ ਕਰ ਦਿੱਤੇ ਅੰਡਰ ਦ ਬਾਰਡਰ, ਜਿਹਦੇ ਵਿੱਚੋਂ ਆਰਮਸ ਔਰ ਬੰਦੇ ਟੈਰਰਿਸਟ ਆ ਰਹੇ ਸੀਗੇ। ਉਹ ਮੈਨੂੰ ਸ਼ੱਕ ਹੈ ਕਿ ਹੁਣ ਤੱਕ ਵੀ ਉਹ ਟਨਲਸ ਯੂਜ਼ ਕਰ ਰਹੇ ਨੇ। ਪਰ ਲਗਾਤਾਰ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਤੇ ਸਖਤੀ ਤੋਂ ਬਾਅਦ ਹੁਣ ਨਵੀਂ ਤਕਨੀਕ ਡਰੋਨ ਵਰਤਿਆ ਜਾ ਰਿਹਾ ਹੈ, ਜਦਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਨੇ 2019 ਸਤੰਬਰ ਦੇ ਵਿੱਚ ਡਰੋਨ ਭੇਜਿਆ ਸੀ, ਜਿਸ ਦਾ ਹੁਣ ਤੱਕ ਪੂਰੀ ਤਰ੍ਹਾਂ ਤੋੜ ਪਾਉਣਾ ਮੁਸ਼ਕਿਲ ਹੈ, ਯਾਨੀ ਡਰੋਨ ਦੇ ਨੁਕਸਾਨ ਜ਼ਿਆਦਾ ਨੇ। ਪਾਕਿਸਤਾਨ ਨੇ ਡਰੋਨ ਸਭ ਤੋਂ ਪਹਿਲਾਂ 2019 ਦੇ ਆਈ ਥਿੰਕ ਸੈਪਟੈਂਬਰ ਵਿੱਚ ਸਾਨੂੰ ਪਤਾ ਲੱਗਾ ਕਿ ਪਾਕਿਸਤਾਨ ਡਰੋਨਸ ਯੂਜ਼ ਕਰ ਰਿਹਾ ਹੈ ਟੂ ਸਪਲਾਈ ਡਰੱਗਸ ਐਂਡ ਵੈਪਨਸ ਸਪੈਸ਼ਲੀ। ਹੁਣ ਡਰੋਨਸ ਦਾ ਇਹ ਫਾਇਦਾ ਹੈਗਾ ਕਿ ਡਰੋਨਸ ਦੀ ਜਿਹੜੀ ਸਪੀਡ ਹੁੰਦੀ ਹੈ ਘੱਟ ਹੁੰਦੀ ਹੈ ਔਰ ਬੜੀ ਲੋ ਫਲਾਈ ਕਰਦੇ ਨੇ। ਸੋ ਉਹਦੇ ਨਾਲ ਇਹ ਹੁੰਦਾ ਕਿ ਜਿਹੜੇ ਸਾਡੀ ਕਨਵੈਨਸ਼ਨਲ ਰੇਡਾਰ ਸਿਸਟਮ ਹੈ ਉਹਦੇ ਇਹ ਰੇਡਾਰ ਸਿਸਟਮ ਉਹਨੂੰ ਡਿਟੈਕਟ ਕਰਦਾ ਜਾਂ ਉਹਨੂੰ ਲੋਕੇਟ ਨਹੀਂ ਕਰਦਾ, ਕਿਉਂਕਿ ਬੜੀ ਲੋ ਆਉਂਦੇ ਨੇ, ਉਹਨਾਂ ਦੀ ਸਪੀਡ ਸਲੋ ਹੁੰਦੀ ਹੈ। ਵੱਖ-ਵੱਖ ਕਿਸਮ ਦੇ ਡਰੋਨ ਆਉਂਦੇ ਨੇ ਤੇ ਸਪਲਾਈ ਕਰਦੇ ਨੇ ਨਸ਼ਾ ਤੇ ਹਥਿਆਰ। ਹੁਣ ਤੱਕ ਦਾ ਅੰਕੜਾ ਕੀ ਕਹਿੰਦਾ ਹੈ? 2022 ਦੇ ਵਿੱਚ ਕਿੰਨਾ ਨਸ਼ਾ ਤੇ ਹਥਿਆਰ ਸਪਲਾਈ ਹੋਇਆ? 2022 ਚ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਨੇ ਵੱਡੀ ਰਿਕਵਰੀ ਵੀ ਕੀਤੀ ਹੈ। ਕਈ ਜਿਹੜੇ ਮੋਡਿਊਲ ਹੈ ਉਹ ਬਸ਼ ਵੀ ਕੀਤੇ। ਜੇ ਅਸੀਂ ਗੱਲ ਕਰੀਏ NDPS ਦੀ, ਗੱਲ ਕਰੀਏ ਗੈਂਗਸਟਰਾਂ ਦੀ, ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਦੀ ਵੱਡੀ ਸਫਲਤਾ ਰਹੀ ਹੈ। 2022 ਦੇ ਨਸ਼ਿਆਂ ਦੇ ਕੇਸਾਂ ਦਾ ਅੰਕੜਾ ਹੈ 2021 ਦੇ ਵਿੱਚ ਦਰਜ ਕੇਸ ਨੇ 9972 ਤੇ 2022 ਚ ਇਹੀ ਕੇਸ 12202 ਹੋ ਗਏ। ਤਾਂ 2022 ਦੇ ਵਿੱਚ ਐਕਸ਼ਨ ਬਿਆਨ ਕਰਦੇ ਅੰਕੜੇ ਕੀ ਨੇ? 18 ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ, 119 ਆਤਵਾਦੀ ਗ੍ਰਿਫਤਾਰ ਕੀਤੇ ਗਏ, ਤਾਂ 43 ਰਾਈਫਲ ਬਰਾਮਦ ਹੋਈਆਂ, ਜਿਸ ਦੇ ਵਿੱਚ MP5, MP9, AK47 ਤੇ ਹੋਰ ਹਥਿਆਰ ਸਨ। 13 ਟਿਫਨ IDs ਵੀ ਰਿਕਵਰ ਹੋਈਆਂ ਨੇ। ਇਸ ਤੋਂ ਇਲਾਵਾ 220 ਰਿਵਾਲਵਰ ਪਿਸਟਲ ਬਰਾਮਦ ਹੋਏ, ਤਾਂ 24 ਕਿਲੋ 400 ਗ੍ਰਾਮ RDX ਬਰਾਮਦ ਹੋਇਆ। ਦੋ ਵੱਡੀਆਂ ਖੇਪ ਨਸ਼ੇ ਦੀਆਂ ਫਾਜ਼ਿਲਕਾ ਚ ਬਰਾਮਦ ਹੋਈਆਂ ਨੇ, ਤਾਂ 26 ਕਿਲੋ ਤੇ 26.5 ਯਾਨੀ ਕਿ 26.5 ਕਿਲੋ ਖੇਪ ਬਰਾਮਦ ਹੋਈ ਹੈ। 1 ਕਰੋੜ 55 ਕਰੋੜ ਦੀ ਹੈਰੋਇਨ ਵੀ 2023 ਦੇ ਵਿੱਚ ਬਰਾਮਦ ਹੋਈ ਹੈ। 1 ਕਰੋੜ 30 ਲੱਖ ਦੀ ਡਰਗ ਮਨੀ AGTF ਨੇ ਬਰਾਮਦ ਕੀਤੀ। ਸਾਡੇ 18 ਮੋਡਿਊਲਸ ਅਸੀਂ ਬਸਟ ਕੀਤੇ ਆ
ਇਸ ਸਾਲ ਦੇ ਵਿੱਚ ਜਿਹੜੇ ਕਿ ਜਿਹਦੇ ਚ 119 ਅਸੀਂ ਟੈਰਰਿਸਟਸ ਓਬਲੀਕ ਐਂਟੀ ਨੈਸ਼ਨਲ ਐਲੀਮੈਂਟਸ ਜਿਹੜੇ ਅਰੈਸਟ ਕੀਤੇ ਆ। ਰਿਕਵਰੀ ਵੈਪਨਸ ਦੀ ਜਦੋਂ ਆਪਾਂ ਗੱਲ ਕਰਦੇ ਆ, ਇੰਟਰਨਲ ਸਿਕਿਉਰਿਟੀ ਵਿੰਗ ਵੱਲੋਂ ਜਿਹੜੀ ਰਿਕਵਰੀ ਹੋਈ ਆ 43 ਰਾਈਫਲਸ, ਜਿਹਦੇ ਵਿੱਚ MP5, MP9, AK47, .315 ਬੋਰ ਦੇ ਜਿਹੜੇ ਆ ਰਾਈਫਲਸ ਰਿਕਵਰ ਹੋਈਆਂ। 13 ਟਿਫਨ ਆਈਡੀਜ਼ ਰਿਕਵਰ ਕੀਤੇ ਗਏ ਆ ਔਰ 220 ਜਿਹੜੇ ਰਿਵਾਲਵਰ ਪਿਸਟਲ ਰਿਕਵਰ ਕੀਤੇ ਆ ਔਰ ਬੜੀ ਵੱਡੀ ਮਾਤਰਾ ਦੇ ਵਿੱਚ RDX ਜਿਹੜਾ ਹੈ 24 ਕਿਲੋ 400 ਗ੍ਰਾਮ RDX ਰਿਕਵਰ ਕੀਤਾ ਗਿਆ ਹੈ। ਜਦਕਿ ਸਭ ਤੋਂ ਜ਼ਿਆਦਾ ਹੈਰਾਨੀਜਨਕ ਆંકੜਾ ਹੈ ਕਿ ਡਰੋਨ ਕਿੰਨੀ ਵਾਰ ਸਰਹੱਦ 'ਚ ਦਾਖਲ ਹੋਇਆ ਤੇ ਕਿੰਨੀ ਵਾਰ ਡਰੋਨ ਲੈ ਕੇ ਗਏ। 2022 ਦੇ ਵਿੱਚ ਡਰੋਨ ਤੇ ਨਸ਼ੇ ਦਾ ਐਕਸ਼ਨ ਦਾ ਆંકੜਾ ਹੈ। BSF ਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਹੋਇਆ। 244 ਵਾਰ ਡਰੋਨ ਦੀ ਐਕਟੀਵਿਟੀ ਵੇਖੀ ਗਈ। ਬਾਰਡਰ ਤੇ ਕੁੱਲ 23 ਡਰੋਨ ਲੈ ਕੇ ਗਏ ਸਨ। ਦੇਖੋ ਪਿਛਲੇ ਸਾਲ ਜਿਹੜਾ ਹੀ ਹੁਣ ਸਾਲ ਜਿਹੜਾ ਨਿਕਲ ਰਿਹਾ ਵਾ 2022 ਦੇ ਵਿੱਚ 244 ਸਾਈਟਿੰਗਸ ਜਿਹੜੀਆਂ ਦੇਖੀਆਂ ਗਈਆਂ ਡਰੋਨ ਦੀਆਂ, ਜਿਹਦੇ ਚੋਂ 23 ਡਰੋਨਸ ਨੂੰ ਮਾਰ ਗਰਾਉਂਡ ਦੇ ਵਿੱਚ ਸਕਸੈਸਫੁਲ ਹੋਏ ਆ। ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੈਪਨਸ ਵੀ ਮਿਲੇ ਆ। ਡਰੱਗਸ ਦੀਆਂ ਦੋ ਵੱਡੀਆਂ ਕੰਸਾਈਨਮੈਂਟਸ, ਜਿਹਦੇ ਚ ਇੱਕ ਚ 26 ਕਿਲੋ, ਇੱਕ ਚ 26.5 ਕਿਲੋ ਫਾਜ਼ਿਲਕਾ ਏਰੀਆ ਦੇ ਵਿੱਚ ਮਿਲੀਆਂ। ਡਰੋਨਾਂ ਦੇ ਦਾਖਲੇ ਤੋਂ ਬਾਅਦ ਸਰਹੱਦ ਤੇ ਨਾਜਾਇਜ਼ ਸਪਲਾਈ ਸੁਰੱਖਿਆ ਦਾ ਮੁੱਦਾ ਹੈ, ਪਰ ਸਵਾਲ ਹੈ ਕਿ ਸਿਰਫ ਦੁਸ਼ਮਣਾਂ ਦਾ ਜ਼ਰੀਆ ਇੱਕ ਪੰਜਾਬ ਸਰਹੱਦੀ ਹੈ। ਇਹ ਰਿਪੋਰਟ ਖਾਸ ਹੈ। ਅਕਸਰ ਅਸੀਂ ਗ੍ਰਹਿ ਮੰਤਰੀ ਤੇ ਵੱਖੋ-ਵੱਖ ਅਥਾਰਟੀਜ਼ ਦੀ ਜ਼ੁਬਾਨੀ ਸੁਣਦੇ ਹਾਂ ਕਿ ਪੰਜਾਬ ਦੀਆਂ ਸਰਹੱਦਾਂ ਸੰਵੇਦਨਸ਼ੀਲ ਨੇ ਤੇ ਪਿਛਲੇ ਸਮੇਂ 'ਚ ਕੇਂਦਰ ਵੱਲੋਂ BSF ਦੇ ਵਧਾਏ ਦਾਇਰੇ ਤੋਂ ਵੀ ਸਾਫ਼ ਹੋਇਆ ਸੀ ਕਿ ਹੁਣ ਮਸਲਾ ਸਰਹੱਦ ਦੇ 15 ਕਿਲੋਮੀਟਰ ਦੇ ਦਾਇਰੇ ਅੰਦਰ ਨਹੀਂ ਬਲਕਿ 50 ਕਿਲੋਮੀਟਰ ਤੱਕ ਸਰਹੱਦ ਤੇ ਹੱਦ ਹੋਈ ਹੈ। ਡਰੋਨ ਦੇ ਰਾਹੀਂ ਹੋਣ ਵਾਲੀ ਤਸਕਰੀ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰ ਜਿਹੜੇ ਨੇ ਉਹ ਹਰ ਵਾਰ ਨਵੀਂ ਤਕਨੀਕ ਅਤੇ ਨਵੇਂ ਜਿਹੜੇ ਡਰੋਨਸ ਨੇ ਉਹਨਾਂ ਨੂੰ ਇਸਤੇਮਾਲ ਕਰਦੀ ਹੈ। ਪਰ ਜੇਕਰ ਗੱਲ ਕੀਤੀ ਜਾਵੇ BSF ਦੀ ਮੁਸਤੈਦੀ ਦੀ ਤਾਂ ਭਾਰਤ ਪਾਕਿਸਤਾਨ ਸਰਹੱਦ ਤੇ ਤੈਨਾਤ BSF ਦੇ ਜਵਾਨ ਭਾਵੇਂ ਉਹ ਗਰਮੀ ਦਾ ਮੌਸਮ ਹੋਵੇ ਜਾਂ ਫਿਰ ਸਰਦੀ ਦੇ ਵਿੱਚ ਪੈਂਦੀ ਸੰਘਣੀ ਧੁੰਦ ਤਾਂ ਲਗਾਤਾਰ ਉਹਨਾਂ ਵੱਲੋਂ ਕਈ ਡਰੋਨ ਜਿਹੜੇ ਨੇ ਉਹ ਹੇਠਾਂ ਵੀ ਸੁੱਟੇ ਗਏ ਨੇ। ਕਈ ਵੱਡੇ ਡਰੋਨਸ ਬਰਾਮਦ ਵੀ ਕੀਤੇ ਗਏ ਨੇ ਅਤੇ ਵੱਡੀ ਨਸ਼ੇ ਦੀ ਜਿਹੜੀ ਖੇਪ ਹੈ ਉਹ ਵੀ ਲਗਾਤਾਰ ਬਰਾਮਦ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਹੁਣ ਨਜ਼ਰ ਪਾਣੇ ਆ ਪੰਜਾਬ ਦੇ ਨਾਲ-ਨਾਲ ਡਰੋਨ ਦੀ ਐਕਟੀਵਿਟੀ ਕਿੱਥੇ-ਕਿੱਥੇ ਹੈ ਜੋ ਭਵਿੱਖ ਲਈ ਇੱਕ ਵੱਡਾ ਟੀਚਾ ਹੈ। ਡਰੋਨ ਦੇ ਥ੍ਰੈਟ ਕਿੱਥੇ-ਕਿੱਥੇ ਨੇ? ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ ਤੇ ਕਸ਼ਮੀਰ। ਤਾਂ ਇਹ ਵੀ ਜ਼ਿਕਰਯੋਗ ਹੈ ਕਿ ਡਰੋਨ ਸਿਰਫ ਪਾਕਿਸਤਾਨ ਵਾਲੇ ਪਾਸਿਓਂ ਹੀ ਭਾਰਤੀ ਸਰਹੱਦ 'ਚ ਦਾਖਲ ਨਹੀਂ ਹੁੰਦੇ ਬਲਕਿ ਚਾਈਨਾ ਤੋਂ ਵੀ ਅੰਦਰ ਆਉਂਦੇ ਨੇ। ਪਰ ਮਕਸਦ ਨਾਜਾਇਜ਼ ਸਪਲਾਈ ਤੋਂ ਕੁਝ ਵੱਖਰਾ ਹੈ। ਦੇਖੋ ਨਹੀਂ, ਚਾਈਨਾ ਨਾਲ ਜਿਹੜੀਆਂ ਡਰੋਨ ਹੋ ਰਹੀ ਹੈ, ਡਰੋਨ ਦੀ ਪ੍ਰੋਬਲਮ ਆ ਰਹੀ ਹੈ, ਉਹ ਅਸੀਂ ਵੀ ਯੂਜ਼ ਕਰ ਰਹੇ, ਉਹ ਵੀ ਯੂਜ਼ ਕਰ ਰਹੇ। ਉੱਥੇ ਦੇ ਆਰ ਯੂਜ਼ਿੰਗ ਡਰੋਨਸ ਫॉर ਸਰਵੇਲੈਂਸ ਕਿ ਸਾਡੀ ਆਰਮੀ ਦੀ ਮੂਵਮੈਂਟ ਕੀ ਹੈ ਔਨ ਦਾ LSC ਜਿਹੜਾ ਬਾਰਡਰ ਹੈ ਆਪਣੀ ਜੁਰਸਡਿਕਸ਼ਨ, ਉਹ ਡਰੋਨ ਅੱਗੋਂ ਉੱਪਰੋਂ ਦੇਖ ਲੈਂਦਾ। ਜਾਂ ਜਿਹੜਾ ਡਿਸਪਿਊਟਡ ਏਰੀਆ ਇੰਡੀਆ ਚਾਈਨਾ ਬਾਰਡਰ ਦੇ, ਚਾਈਨਾ ਕਹਿੰਦਾ ਸਾਡਾ, ਇੰਡੀਆ ਕਹਿੰਦਾ ਇਹ ਏਰੀਆ ਸਾਡਾ, ਉਹਦੇ ਉੱਪਰ ਸਰਵੇਲੈਂਸ ਕਰੀ। ਅੱਛਾ, ਇੰਡੀਆ ਵੀ ਉਹੀ ਕਰ ਰਿਹਾ ਹੈਗਾ। ਇੰਡੀਆ ਵੀ ਡਰੋਨਸ ਯੂਜ਼ ਕਰ ਰਿਹਾ ਟੂ ਡੂ ਸਰਵੇਲੈਂਸ ਕਿ ਚਾਈਨੀਜ਼ ਆਰਮੀ ਕਿਸੇ ਮੂਵ ਤਾਂ ਨਹੀਂ ਕਰ ਰਹੀ ਫਾਰਵਰਡ। ਤਾਂ ਹੁਣ ਅੱਗੇ ਵਧਦੇ ਹਾਂ ਤੇ ਇਹ ਰਿਪੋਰਟ ਬਹੁਤ ਖਾਸ ਹੈ ਕਿਉਂਕਿ ਇਸ ਦੇ ਵਿੱਚ ਡਰੋਨ ਦੀਆਂ ਕਿਸਮਾਂ, ਖਾਸੀਅਤ ਤੇ ਸਰਹੱਦ ਤੇ ਵਰਤੋਂ ਨੂੰ ਲੈ ਕੇ ਬਰੀਕੀ ਦੇ ਨਾਲ ਵਿਸਥਾਰ ਕਰਾਂਗੇ ਤੇ ਜਾਣਾਂਗੇ ਕਿਹੜੇ-ਕਿਹੜੇ ਡਰੋਨ ਨਾਜਾਇਜ਼ ਸਪਲਾਈ ਲਈ ਗੁਆਂਢੀ ਮੁਲਕ ਵਰਤਦਾ ਹੈ। ਵੇਖਦੇ ਹਾਂ। ਅਸੀਂ ਅਕਸਰ ਕਈ ਫਿਲਮਾਂ ਤੇ ਵਿਆਹ ਸ਼ਾਦੀਆਂ 'ਚ ਡਰੋਨ ਉੜਦੇ ਵੇਖੇ ਜਿਸ ਨੂੰ ਇੱਕ ਰਿਮੋਟ ਦੇ ਨਾਲ ਹਵਾ 'ਚ ਉਡਾਇਆ ਜਾਂਦਾ ਹੈ। ਡਰੋਨ 'ਚ ਇੱਕ ਕੈਮਰਾ ਫਿੱਟ ਹੁੰਦਾ ਹੈ। ਡਰੋਨ ਦੀ ਵਰਤੋਂ ਉਹਨਾਂ ਥਾਵਾਂ ਤੇ ਸਮਾਗਮਾਂ ਲਈ ਕੀਤੀ ਜਾਂਦੀ ਹੈ ਜਿੱਥੇ ਕੈਮਰਾਮੈਨ ਨਹੀਂ ਪਹੁੰਚ ਸਕਦਾ ਜਾਂ ਕਹਿ ਲਈਏ ਉਸ ਐਂਗਲ ਤੋਂ ਉਹ ਤਸਵੀਰ ਕੈਦ ਨਹੀਂ ਕਰ ਸਕਦਾ। ਤਾਂ ਫਿਰ ਰਿਮੋਟ ਦੇ ਨਾਲ ਡਰੋਨ ਉਡਾ ਕੇ ਉਸ ਨਾਲ ਉਚਾਈ ਤੇ ਵੱਖ-ਵੱਖ ਐਂਗਲਾਂ ਤੋਂ ਫੋਟੋਆਂ, ਵੀਡੀਓਜ਼ ਕੈਦ ਕੀਤੀਆਂ ਜਾਂਦੀਆਂ ਨੇ। ਖਾਸ ਤੌਰ ਤੇ ਪੁਲਿਸ ਦੀ ਸੁਰੱਖਿਆ ਦਸਤੇ ਵੀ ਡਰੋਨ ਵਰਤਦੇ ਨੇ। ਕਿਸੇ ਵੱਡੇ ਇਕੱਠ ਤੇ ਨਜ਼ਰ ਰੱਖਣੀ ਹੋਏ, ਰੈਲੀਆਂ, ਟ੍ਰੈਫਿਕ ਆਦਿ ਦੇ ਲਈ ਵਰਤਿਆ ਜਾਂਦਾ ਹੈ। ਪਰ ਪਹਿਲਾਂ ਤੇ ਹੁਣ ਦੇ ਵਿੱਚ ਫਰਕ ਹੈ। ਪਹਿਲਾਂ ਇਹ ਵੀ ਵੇਖਣਾ ਜ਼ਰੂਰੀ ਹੈ ਕਿ ਡਰੋਨ ਹੁੰਦਾ ਕਿੰਨੀ ਕਿਸਮ ਦਾ ਹੈ। ਤਾਂ ਡਰੋਨ ਨੂੰ ਪਾਇਲਟ ਰਹਿਤ ਜਹਾਜ਼ ਵੀ ਕਿਹਾ ਜਾਂਦਾ ਹੈ। ਇਸ ਦੀ ਪਹੁੰਚ ਕਿੱਥੇ ਤੱਕ ਹੈ, ਮਜ਼ਬੂਤੀ ਕਿੰਨੀ ਹੁੰਦੀ ਹੈ।
ਸੋ ਇੱਕ ਤਾਂ ਡਰੋਨ ਉਹ ਜਿਹੜੇ ਪੁਲਿਸ ਮੀਡੀਆ ਜਾਂ ਵਿਆਹਾਂ 'ਚ ਵਰਤੇ ਜਾਂਦੇ ਨੇ ਤੇ ਇੱਕ ਡਰੋਨ ਉਹ ਨੇ ਜੋ ਅੱਜਕੱਲ ਤਸਕਰ ਤੇ ਦੇਸ਼ ਵਿਰੋਧੀ ਲੋਕ ਵਰਤਦੇ ਨੇ ਜਿਨ੍ਹਾਂ ਦੀਆਂ ਕਈ ਕਿਸਮਾਂ ਨੇ। ਕਿੰਨੀਆਂ ਰਿਕਵਰੀਜ਼ ਹੋ ਰਹੀਆਂ ਨੇ। ਇੱਕ ਤਾਂ ਹੈਰੋਇਨ ਡਰੱਗਸ ਸਾਡੇ ਯੂਥ ਨੂੰ ਰੋਇਨ ਕਰ ਰਿਹਾ, ਵੈਪਨਸ ਆ ਰਹੇ ਨੇ, ਰਾਈਟ। ਔਰ ਤੁਸੀਂ ਇਹ ਦੇਖੋ ਕਿ ਸਾਡੀ ਜਿਹੜੀ ਅਟੈਂਸ਼ਨ ਹੈ ਉਹ ਕਿੰਨੀ ਹੁਣ ਡਾਇਵਰਟ ਹੋ ਗਈ ਹੈ ਟੂ ਉੱਪਰੋਂ ਡਰੋਨ ਆ ਰਹੇ ਨੇ। ਕਿੰਨਾ ਰਿਸੋਰਸਸ ਚਾਹੀਦੇ ਨੇ ਸਾਨੂੰ ਟੂ ਕਾਊਂਟਰ ਡਰੋਨਸ। ਤੁਸੀਂ ਇਹ ਹਿਸਾਬ ਲਾਓ ਕਿ ਐਂਟੀ ਡਰੋਨ ਟੈਕਨੋਲੋਜੀ ਦਾ ਕਿੰਨੀ ਫੰਡਿੰਗ ਚਾਹੀਦੀ ਹੈ। ਪੂਰੇ ਬਾਰਡਰ ਨੂੰ ਤੁਸੀਂ ਅਗਰ ਸੀਲ ਕਰਨਾ ਫਰਮ ਡਰੋਨਸ, ਕਿੰਨਾ ਤੁਹਾਨੂੰ ਟੈਕਨੋਲੋਜੀ ਔਰ ਫੰਡਿੰਗ ਚਾਹੀਦੀ ਹੈ ਫॉर ਸੋਫਿਸਟੀਕੇਟਡ ਐਂਟੀ ਡਰੋਨ ਇਕਵਿਪਮੈਂਟ। ਡਰੋਨ ਇੱਕ ਅਜਿਹਾ 에ਅਰਕ੍ਰਾਫਟ ਸਿਸਟਮ ਹੈ ਜੋ ਇੱਕ ਕਿਸਮ ਦਾ ਰੋਬੋਟ ਹੈ ਤੇ ਇਸ ਨੂੰ ਰਿਮੋਟ ਦੇ ਨਾਲ ਕੰਟਰੋਲ ਕੀਤਾ ਜਾਂਦਾ ਹੈ। ਡਰੋਨ 에ਅਰਕ੍ਰਾਫਟ ਸਿਸਟਮ ਹੈ UAV ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ, ਮਤਲਬ ਅਨਮੈਰਿਡ ਏਰੀਅਲ ਵਹੀਕਲ। ਇੱਕ ਰੇਡੀਓ ਟਰਾਂਸਮਿਟਰ ਦੇ ਨਾਲ ਇਸ ਨੂੰ ਉਡਾਇਆ ਜਾਂਦਾ ਹੈ। ਡਰੋਨ ਦੀ ਵਰਤੋਂ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਛੋਟੀਆਂ ਚੀਜ਼ਾਂ ਲਿਜਾਣ ਜਾਂ ਖੇਤਾਂ 'ਚ ਕੀਟਨਾਸ਼ਕ ਦੇ ਛਿੜਕਾਅ ਲਈ ਵਰਤਿਆ ਜਾਂਦਾ ਰਿਹਾ। ਹੁਣ ਵੇਖਦੇ ਹਾਂ ਡਰੋਨ ਕਿੰਨੀ ਕਿਸਮ ਦੇ ਹੁੰਦੇ ਨੇ। ਨੈਨੋ ਡਰੋਨ ਹੈ, ਮਾਈਕਰੋ ਡਰੋਨ, ਛੋਟਾ ਜਾਂ ਮਿਨੀ ਡਰੋਨ ਕਹਿ ਲਈਏ, ਮੀਡੀਅਮ ਡਰੋਨ, ਲਾਰਜ ਡਰੋਨ, ਐਡਵਾਂਸ ਡਰੋਨ ਜਾਂ ਗਾਰਡੀਅਨ ਡਰੋਨ। ਨੈਨੋ ਡਰੋਨ ਇਸ ਦਾ ਭਾਰ 200 ਤੋਂ 250 ਗ੍ਰਾਮ ਤੱਕ ਹੈ, ਜਾਸੂਸੀ ਲਈ ਵਰਤਿਆ ਜਾਂਦਾ ਹੈ। ਔਰ ਮਾਈਕਰੋ ਡਰੋਨ ਇਸ ਦਾ ਭਾਰ 250 ਗ੍ਰਾਮ ਤੋਂ 2 ਜਾਂ 3 ਕਿਲੋ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ। ਔਰ ਛੋਟਾ ਡਰੋਨ ਇਸ ਦਾ ਭਾਰ 20 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਇਸ ਨੂੰ ਚਲਾਉਣ ਲਈ 2 ਲੋਕਾਂ ਦੀ ਲੋੜ ਹੁੰਦੀ ਹੈ। ਔਰ ਮੀਡੀਅਮ ਡਰੋਨ ਦਾ ਜ਼ਿਕਰ ਕੀਤਾ ਜਾਏ ਤਾਂ ਇਸ ਦਾ ਭਾਰ 25 ਕਿਲੋ ਤੋਂ ਵੱਧ ਰਹਿੰਦਾ ਹੈ ਤੇ 200 ਕਿਲੋ ਤੱਕ ਵਜ਼ਨ ਚੁੱਕ ਸਕਦਾ ਹੈ ਤੇ 에ਅਰਕ੍ਰਾਫਟ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਜੇਕਰ ਲਾਰਜ ਡਰੋਨ ਦਾ ਜ਼ਿਕਰ ਕਰਦੇ ਹਾਂ, ਇਸ ਡਰੋਨ ਦਾ 100 ਕਿਲੋ ਤੱਕ ਭਾਰ ਹੋ ਸਕਦਾ ਹੈ। ਇਸ ਦੀ ਵਰਤੋਂ ਫੌਜ ਦੇ ਵੱਲੋਂ ਲੜਾਈ ਦੇ ਖੇਤਰ ਦੀ ਨਿਗਰਾਨੀ ਕਰਨ ਲਈ ਕੀਤੀ ਜਾਂਦੀ ਹੈ। ਇਹ ਡਰੋਨ ਉਚਾਈ ਤੇ ਤਸਵੀਰਾਂ ਤੇ ਵੀਡੀਓ ਬਣਾ ਸਕਦਾ ਹੈ। ਐਡਵਾਂਸ ਡਰੋਨ ਦਾ ਜ਼ਿਕਰ ਕੀਤਾ ਜਾਏ ਤਾਂ ਇਸ ਸ਼੍ਰੇਣੀ ਦੇ ਡਰੋਨ ਦੀ ਵਰਤੋਂ ਦੁਸ਼ਮਣ ਦੀ ਫੌਜ ਤੇ ਬੰਬ ਸੁੱਟਣ ਜਾਂ ਫਿਰ ਕਿਸੇ ਹੋਰ ਕਿਸਮ ਦੇ ਹਮਲੇ ਲਈ ਕੀਤੀ ਜਾਂਦੀ ਹੈ। ਔਰ ਜੇਕਰ ਅਖੀਰ ਚ ਗਾਰਡੀਅਨ ਡਰੋਨ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਰੱਖਿਆ ਖੇਤਰ ਵਿੱਚ ਵਰਤਿਆ ਜਾਣ ਵਾਲਾ ਡਰੋਨ ਹੈ। ਇਹ ਡਰੋਨ ਕਾਫੀ ਤਾਕਤਵਰ ਹੈ ਅਤੇ ਆਕਾਰ ਦੇ ਵਿੱਚ ਖਿਡੌਣੇ ਵਾਲੇ ਡਰੋਨ ਤੋਂ ਕਾਫੀ ਵੱਡਾ ਹੈ। ਅਮਰੀਕੀ ਫੌਜ ਇਸ ਡਰੋਨ ਦੀ ਵਰਤੋਂ ਕਰਦੀ ਹੈ, ਪਰ ਹਾਲ ਹੀ ਦੇ ਵਿੱਚ ਭਾਰਤ ਸਰਕਾਰ ਨੇ ਗਾਰਡੀਅਨ ਡਰੋਨ ਵੀ ਖਰੀਦਿਆ ਹੈ। ਭਾਰਤ ਨੇ ਇਹ ਡਰੋਨ ਸਮੁੰਦਰੀ ਕਿਨਾਰਿਆਂ ਦੀ ਨਿਗਰਾਨੀ ਲਈ ਖਰੀਦਿਆ ਹੈ। ਇਸ ਡਰੋਨ ਦੇ ਵਿੱਚ ਨਾਈਟ ਵਿਜ਼ਨ, ਜ਼ੂਮ ਸਮਰੱਥਾ ਸਮੇਤ ਕਈ ਹੋਰ ਦਿਲਚਸਪ ਵਿਸ਼ੇਸ਼ਤਾਵਾਂ ਨੇ ਜਿਸ ਨੂੰ ਬਿਹਤਰ ਬਣਾਉਂਦੀਆਂ ਨੇ। ਡਰੋਨਸ ਬਹੁਤ ਕਿਸਮ ਦੇ ਨੇ। देयर आर लॉट ऑफ वैरायटीज ऑफ ड्रोन्स। अमेरिकन ड्रोन्स भी असी फड़े है जिहड़े अमेरिका दे मैन्युफैक्चर दे बने हुए ने। सम ड्रोन्स हैव बीन जस्ट बॉट ऑफ एमेजॉन नाल ओपन मार्केट विच इन्होंने खरीद के यूज कीते ने फॉर सप्लाइंग फॉर illegally smuggling in weapons and explosives and heroin and drugs and all that. So models of drones बड़े ने। उन्हां दे payloads mean ਉਹ ਕਿੰਨਾ ਇੱਕ ਡਰੋਨ ਕਿੰਨਾ weight carry ਕਰ ਸਕਦਾ। ਜਿਸ ਤਰ੍ਹਾਂ ਇੱਕ ਡਰੋਨ 6 ਕਿਲੋ ਵੀ ਕਰ ਸਕਦਾ, 10 ਕਿਲੋ ਵੀ ਕਰ ਸਕਦਾ। ਕੋਈ ਡਰੋਨ 3-4 ਕਿਲੋ ਤੋਂ ਜ਼ਿਆਦਾ ਨਹੀਂ ਜਾਂਦੇ। ਸੋ ਇਹਨਾਂ 'ਚ ਬੜੇ ਮਾਡਲਸ ਨੇ। ਤਾਂ ਹੁਣ ਵੇਖਦੇ ਹਾਂ ਡਰੋਨ ਦੀ ਦਿੱਖ ਦੇ ਆਧਾਰ ਤੇ ਕੀ ਕਿਸਮਾਂ ਨੇ। ਪ੍ਰੋਪੇਲਰਸ ਯਾਨੀ ਸੌਖੀ ਭਾਸ਼ਾ 'ਚ ਖੰਭਾਂ ਦੇ ਆਧਾਰ ਤੇ ਕਿਸਮਾਂ ਨੇ। ਮਲਟੀ ਰੋਟਰ ਡਰੋਨਸ ਵੀ ਕਿਹਾ ਜਾਂਦਾ ਹੈ। 3 ਪ੍ਰੋਪੇਲਰਸ ਵਰਤਣ ਵਾਲਾ ਟ੍ਰਾਈਕਾਪਟਰ ਡਰੋਨ ਹੁੰਦਾ ਹੈ। 4 ਪ੍ਰੋਪੇਲਰਸ ਵਰਤਣ ਵਾਲਾ ਕੁਆਡਕਾਪਟਰ ਡਰੋਨ ਹੁੰਦਾ ਹੈ। 6 ਪ੍ਰੋਪੇਲਰਸ ਵਰਤਣ ਵਾਲਾ ਹੈਗਜ਼ਾਕਾਪਟਰ ਡਰੋਨ ਹੁੰਦਾ ਹੈ ਜੋ ਪਿਛਲੇ ਦਿਨੀ ਸਰਹੱਦ ਤੇ ਵੀ ਵੇਖਿਆ ਗਿਆ ਅਤੇ 8 ਪ੍ਰੋਪੇਲਰਸ ਵਰਤਣ ਵਾਲਾ ਓਕਟਾਕਾਪਟਰ ਹੁੰਦਾ ਹੈ। ਪ੍ਰੋਪੇਲਰਸ ਦੇ ਰੋਟੇਟ ਹੋਣ ਤੇ ਰੋਟੇਰੀ ਡਰੋਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਫਿਕਸ ਵਿੰਗ ਹੋਣ ਵਾਲੇ ਡਰੋਨ ਨੂੰ ਫਿਕਸਡ ਡਰੋਨ ਕਿਹਾ ਜਾਂਦਾ ਹੈ। ਡਰੋਨਸ ਜਿਹੜੇ ਨੇ ਉਹ ਕਾਫੀ ਹੱਦ ਤੱਕ ਚਾਈਨਾ ਮੇਡ ਹੈਗੇ ਨੇ ਡਰੋਨਸ। ਉਹਨਾਂ ਦੇ ਬੜੀ ਸਪੈਸੀਫਿਕੇਸ਼ਨਸ ਵੀ ਹੈਗੇ ਨੇ। ਬਟ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਹੁਣ ਵੱਡੇ ਡਰੋਨਸ ਵੀ ਯੂਜ਼ ਕਰ ਰਹੇ ਉਹਨਾਂ ਦਾ ਪੇਲੋਡ ਮੀਨਸ ਕਿੰਨਾ ਸਮਾਨ ਉਹ ਕੈਰੀ ਕਰ ਸਕਦੇ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਇਨਕਰੀਜ਼ ਕਰ ਰਿਹਾ। ਪਹਿਲਾਂ ਡਰੋਨਸ ਅਗਰ ਆਉਂਦੇ ਸੀ ਕਿ ਕੁਝ ਕਿਲੋ ਹੀ ਸਮਾਨ ਆਉਂਦਾ ਸੀ ਉਹਦੇ ਉੱਪਰ ਵੈਪਨਸ ਜਾਂ ਡਰੱਗਸ, ਹੁਣ ਉਹ ਇਨਕਰੀਜ਼ ਕਰ ਰਿਹਾ। ਜਿਹੜੇ ਡਰੋਨਸ ਉਹ ਯੂਜ਼ ਕਰ ਰਹੇ ਨੇ ਉਹਨਾਂ ਦੀ ਕੈਪੈਸਿਟੀ ਟੂ ਕੈਰੀ ਵੈਪਨਸ, ਡਰੱਗਸ, ਐਕਸਪਲੋਸਿਵਸ ਉਹ ਇਨਕਰੀਜ਼ ਕਰੀ ਵਿਚ ਇਜ਼ ਵਰੀਸਮ। ਕਿ ਅੱਛਾ ਇੱਕ ਇਹ ਵੀ ਹੋ ਸਕਦਾ ਹੈ ਕਿ ਡਰੋਨ ਦੀ ਜਿਹੜੀ ਪੈਨੇਟ੍ਰੇਟਿੰਗ ਫਲਾਈਟ ਹੈ ਕਿ ਕਿੰਨੀ ਦੂਰ ਆ ਸਕਦੇ ਉਹ ਵੀ ਇਨਕਰੀਜ਼ ਹੋਏਗੀ। ਸੋ ਦਿਸ ਇਜ਼ ਆਲਸੋ ਅ ਪ੍ਰੋਬਲਮ ਦੈਟ ਵੀ ਵਿਲ ਫੇਸ ਇਨ ਦ ਫਿਊਚਰ। ਤੇ ਇਹ ਵੀ ਅਹਿਮ ਹੈ ਕਿ ਡਰੋਨ ਕਿਵੇਂ ਆਪਰੇਟ ਹੁੰਦੇ ਨੇ। ਐਂਡ ਜੋ ਮੈਨੂੰ ਪਤਾ ਲੱਗਿਆ ਹੈਗਾ ਕਿ BSF ਦੇ ਜਿਹੜੀ ਉਹਨਾਂ ਨੇ BSF ਦੀ ਜਿਹੜੀ ਫੋਰੈਂਸਿਕਸ ਲੈਬੋਰੇਟਰੀ ਹੈ
ਉਹਨਾਂ ਨੇ ਜਿਹੜੇ ਡਰੋਨਸ ਅਸੀਂ ਸੀਜ਼ ਕੀਤੇ ਜੋ ਡਿੱਗ ਗਏ ਨੇ ਉਹਦੇ ਵਿੱਚੋਂ ਇਹਨਾਂ ਨੇ ਡੇਟਾ ਚਿਪ ਕੱਢ ਕੇ ਇਹ ਵੈਰੀਫਾਈ ਕਰ ਲਿਆ ਹੈ ਕਿ ਜਿਹੜਾ ਡਰੋਨ ਹੈ ਉਹ ਪਾਕਿਸਤਾਨੀ ਰੇਂਜਰ ਦੀ ਜਿਹੜੀ ਬੰਕਰ ਔਰ ਪੋਸਟ ਹੈਗੀਆਂ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹਦੇ ਤੋਂ ਚੱਲ ਰਹੇ ਨੇ ਆ ਰਹੇ ਨੇ they are coming pinpoint location ਪਾਕਿਸਤਾਨੀ ਰੇਂਜਰ ਦੀ ਜਿਹੜੀ ਪਾਕਿਸਤਾਨੀ ਰੇਂਜਰ ਨੇ ਨਾਟ ਦੀ ਪਾਕਿਸਤਾਨੀ ਆਰਮੀ ਬਟ ਦੀ ਜਿਹੜੇ BSF ਸਾਡੇ ਸਾਈਡ ਉਹਨਾਂ ਸਾਈਡ ਰੇਂਜਰਸ ਹੈਗੇ ਨੇ ਸੋ ਉਹਨਾਂ ਦੇ ਰੇਂਜਰ ਤੇ ਡਾਇਰੈਕਟਲੀ ਜਿੱਥੇ ਉਹਨਾਂ ਦੀ ਪੋਸਟ ਜਾਂ ਬੰਕਰ ਹੈ ਉੱਥੋਂ ਡਰੋਨਸ ਫਲਾਈ ਕਰਕੇ ਆ ਰਹੇ ਸਾਡੇ ਕੋਲ। ਤਾਂ ਇਸ ਤੋਂ ਇਲਾਵਾ ਡਰੋਨ ਦੇ ਫਾਇਦੇ ਤੇ ਡਰੋਨ ਦੇ ਨੁਕਸਾਨ ਕੀ ਨੇ? ਫਾਇਦੇ ਨੇ ਉਚਾਈ ਤੋਂ ਤਸਵੀਰਾਂ ਕੈਦ ਹੋ ਸਕਦੀਆਂ ਨੇ, ਲੋਡ ਕੈਰੀਅਰ 에ਅਰਕ੍ਰਾਫਟ ਹੈ यानी कुछ हद तक सामान चुक के कम लिया जा सकता है। तो भी अहम है कि नुकसान की ने ड्रोन जल्दी खराब हो जाता है, हादसों का खतरा बनया रहता है, सरकारी पाबंदियां भी ने, गलत तरीके ड्रोन ते कानूनी कार्रवाई भी संभव है और ड्रोन की वरतों जासूसी लई भी की जाती है। जिक्रयोग है कि ड्रोन नूं चलाउण दे लई कोई बहुती खास ट्रेनिंग की लोड़ नहीं हुंदी, कुछ समय की सिखलाई तो बाद ड्रोन नूं कोई भी चला सकता है। ਤਾਂ ਨਾਜਾਇਜ਼ ਗਤੀਵਿਧੀਆਂ ਵਾਲੇ ਡਰੋਨ ਦਾ ਤੋੜ ਕੀ ਹੈ? ਇਹ ਵੱਡਾ ਸਵਾਲ ਹੈ। ਸੁਰੱਖਿਆ ਦਸਤਿਆਂ ਤੇ ਸਰਕਾਰ ਦੀ ਭਵਿੱਖ ਲਈ ਕੀ ਪਲੈਨਿੰਗ ਹੈ? ਕਿਉਂਕਿ ਡਰੋਨ ਨੂੰ ਡਿਟੈਕਟ ਕਰਨਾ ਇੰਨਾ ਵੀ ਸੌਖਾ ਨਹੀਂ। ਸੁਰੱਖਿਆ ਏਜੰਸੀਆਂ ਦੇ ਮਾਹਿਰਾਂ ਦੇ ਮੁਤਾਬਿਕ ਡਰੋਨ ਦੀ ਸੈਂਕੜੇ ਮੀਟਰ ਉਚਾਈ ਹੈ, ਜਿਸ ਚੋਂ 500 ਤੋਂ 1000 ਮੀਟਰ ਉਚਾਈ ਤੇ ਡਰੋਨ ਨੂੰ ਨੰਗੀਆਂ ਅੱਖਾਂ ਦੇ ਨਾਲ ਨਹੀਂ ਲੱਭਿਆ ਜਾ ਸਕਦਾ ਤੇ ਉਜਾੜ ਖੇਤਰ 'ਚ ਇਸ ਦਾ ਪਤਾ ਲਾਣਾ ਅਸੰਭਵ ਹੈ। ਜ਼ਿਕਰਯੋਗ ਹੈ ਕਿ ਸਰਹੱਦ ਤੇ ਕੰਡਿਆਲੀ ਤਾਰ ਤੇ ਇੱਕ BSF ਦਾ ਜਵਾਨ 500 ਮੀਟਰ ਦੇ ਘੇਰੇ ਵਿੱਚ ਗਸ਼ਤ ਕਰਦਾ ਹੈ, ਪਰ ਉਚਾਈ ਤੇ ਉੱਡਦੀ ਡਰੋਨ ਦਾ ਪਤਾ ਲਾਉਣਾ ਆਸਾਨ ਨਹੀਂ ਹੈ। ਹੁਣ ਤੱਕ ਦੀ ਬਾਰਡਰ ਤੇ ਕੀ ਕੁਝ ਕਾਰਵਾਈ ਹੋਈ ਹੈ, ਇਹ ਵੇਖਦੇ ਹਾਂ। BSF ਨੇ ਪਹਿਲਾਂ ਦੇ ਨਾਲੋਂ ਮੁਸਤੈਦੀ ਵਧਾਈ ਹੈ, ਵਾਧੂ ਟੀਮਾਂ ਤੇ ਜਵਾਨ ਤਾਇਨਾਤ ਕੀਤੇ ਗਏ ਨੇ। ਬਾਰਡਰ ਇਲਾਕੇ 'ਚ ਡਰੋਨ ਵੇਖਣ ਸਾਰ ਫਾਇਰਿੰਗ ਦੇ ਪਹਿਲਾਂ ਤੋਂ ਹੀ ਹੁਕਮ ਦਿੱਤੇ ਗਏ ਨੇ। ਕੇਂਦਰ ਸਰਕਾਰ ਦੀ ਤਕਨੀਕੀ ਟੀਮ ਵਿਸ਼ਲੇਸ਼ਣ ਕਰ ਰਹੀ ਹੈ, ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ। ਸਾਰੇ ਡਰੋਨ ਉਡਾਉਣ ਵਾਲਿਆਂ ਨੂੰ ਇਜਾਜ਼ਤ ਵੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਭਾਵੇਂ ਵਿਆਹ ਹੋਵੇ ਜਾਂ ਫਿਰ ਕੋਈ ਹੋਰ ਸਮਾਗਮ। ਕਿਉਂਕਿ ਤੁਸੀਂ ਅਗਰ ਦੇਖੋ ਜਿਹੜੇ BSF ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਨੰਬਰਸ ਦਿੱਤੇ ਨੇ ਕਿ ਕਿੰਨੇ ਡਰੋਨ ਸਾਈਟਿੰਗਸ ਹੋਈਆਂ, ਉਹ ਓਵਰ ਦ ਇਅਰਸ ਆਰ ਇਨਕਰੀਜ਼ਿੰਗ ਸਟੈਡੀਲੀ। ਅਗਰ 2020 ਚ ਸਿਰਫ 79 ਸਾਈਟਿੰਗ ਸੀ, 2022 ਵਿੱਚ 250 ਤੱਕ ਸਾਈਟਿੰਗਸ ਦੇਖੀਆਂ। ਸੋ ਹਾਊ ਟੂ ਕਾਊਂਟਰ ਡਰੋਨਸ? ਨਾ ਡਰੋਨਸ ਨੂੰ ਅਗਰ ਤੁਸੀਂ ਰਾਈਫਲ ਨਾਲ ਫਾਇਰ ਕਰੋਗੇ ਤੇ ਤੁੱਕੇ ਦੀ ਗੱਲ ਆਲਮੋਸਟ ਲੱਗੀ, ਡਿੱਗ ਗਿਆ ਨਹੀਂ ਤੇ ਉਹ ਪਾਸ ਕਰ ਗਿਆ, ਨਹੀਂ ਤਾਂ ਵਾਪਸ ਮੁੜ ਗਿਆ। ਫੌਗ ਹੁਣ ਇੰਨੀ ਹੈ ਪੰਜਾਬ ਵਿੱਚ ਕਿ ਡਰੋਨ ਦਿਸਦਾ ਹੀ ਨਹੀਂ ਹੈ, ਤੇ ਤੁਸੀਂ ਰਾਈਫਲ ਨਾਲ ਕੀ ਕਰ ਲੋਗੇ? ਸੋ ਇਹਦੇ ਲਈ ਤੁਹਾਨੂੰ ਸਪੈਸ਼ਲ ਐਂਟੀ ਡਰੋਨ ਟੈਕਨੋਲੋਜੀ ਚਾਹੀਦੀ ਹੈ। ਔਰ ਹੁਣ ਗਵਰਨਮੈਂਟ ਜਿਹੜੀ ਹੈ, ਗਵਰਨਮੈਂਟ ਆਫ ਇੰਡੀਆ ਸਪੈਸ਼ਲੀ ਕੁਝ ਜਗ੍ਹਾ ਸਾਡੇ ਪੰਜਾਬ ਬਾਰਡਰ ਤੇ ਇਹਨਾਂ ਨੇ ਐਂਟੀ ਡਰੋਨ ਟੈਕਨੋਲੋਜੀ ਲਾਈ ਹੈ। ਤਾਂ ਇਸ ਸਭ ਤੋਂ ਖਾਸ ਹੈ ਕਿ ਕਿਹੜੀ ਤਕਨੀਕ ਦਸਤਿਆਂ ਦੇ ਵੱਲੋਂ ਵਰਤਣ ਦੀ ਸੰਭਾਵਨਾ ਹੈ, ਕਿਉਂਕਿ ਡਰੋਨ ਨੂੰ ਡਿਟੈਕਟ ਕਰਨਾ ਸੌਖਾ ਨਹੀਂ। ਡਰੋਨਸ ਦੀ ਮਦਦ ਦੇ ਨਾਲ ਤਸਕਰੀ ਕੀਤੀ ਜਾ ਰਹੀ, ਤਾਂ ਉਸ ਤੋਂ ਬਾਅਦ BSF ਨੇ ਵੀ ਇੱਕ ਰਣਨੀਤੀ ਤਿਆਰ ਕੀਤੀ ਔਰ ਉਸੇ ਹੀ ਰਣਨੀਤੀ ਦਾ ਨਤੀਜਾ ਕਿ ਪਹਿਲਾਂ ਕੁਝ ਡਰੋਨ ਜਿਹੜੇ ਨੇ ਉਹ BSF ਦੇ ਜਵਾਨਾਂ ਵੱਲੋਂ ਵਾਪਸ ਭੇਜੇ ਗਏ ਔਰ ਉਸ ਤੋਂ ਬਾਅਦ ਇਹ ਇੱਕ ਪਲੈਨਿੰਗ ਬਣਾਈ ਗਈ ਕਿ ਇਹਨਾਂ ਡਰੋਨਸ ਨੂੰ ਜੇਕਰ ਇਹ ਭਾਰਤ ਵਾਲੇ ਪਾਸੇ ਆਉਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਹੇਠਾਂ ਸੁੱਟਿਆ ਜਾਵੇ। ਜਿਹੜਾ ਡਰੋਨ ਦਾ ਆਪਰੇਟਿੰਗ ਸਿਸਟਮ ਹੈ, ਉਹ ਜਿਹੜਾ ਇਲੈਕਟ੍ਰੋਨਿਕ ਸੈਂਸਰਸ ਨੇ, ਉਹਦੀ ਜਿਹੜੀ ਚਲਦੀ ਹੈ ਗਾਈਡੈਂਸ ਹੁੰਦੀ ਹੈ ਡਰੋਨ ਦੀ, ਉਹਨੂੰ ਜੈਮ ਕਰਕੇ ਨਾ ਡਿਸੇਬਲ ਕਰ ਦਿੰਦੇ ਨੇ। ਸੋ ਡਰੋਨ ਆਪ ਹੀ ਡਿੱਗ ਜਾਂਦਾ, ਉਹਦੀ ਸਿਸਟਮ ਨੂੰ ਜੈਮ ਕਰ ਦਿੰਦੇ। ਸੋ ਉਹ ਡਰੋਨ ਆ ਰਿਹਾ ਔਰ ਸਡਨਲੀ ਉਹਦਾ ਸਿਸਟਮ ਸਾਰਾ ਸਾਡੇ ਇਲੈਕਟ੍ਰੋਨਿਕ ਵਾਰਫੇਅਰ ਟੈਕਨੋਲੋਜੀ ਜਿਹੜੀ ਹੈਗੀ ਹੈ ਡਰੋਨ ਵਾਰਫੇਅਰ, ਉਹਨੂੰ ਜੈਮ ਕਰ ਦਿੰਦੀ ਹੈ, ਅਟੈਕ ਕਰਦੀ ਹੈ, ਉਹ ਆਪਣੇ ਆਪ ਜੈਮ ਹੋ ਕੇ ਡਿੱਗ ਜਾਂਦਾ। ਸੋ ਸਾਨੂੰ ਵੀ ਹੁਣ ਐ ਜੇ ਰਡਾਰ ਬਣਾਉਣੇ ਪੈਣਗੇ ਜਾਂ ਐ ਜੀ ਡਿਟੈਕਸ਼ਨ ਸਿਸਟਮ ਯੂਜ਼ ਕਰਨਾ ਪਏਗਾ ਜੋ ਡਰੋਨ ਨੂੰ ਆਇਡੈਂਟੀਫਾਈ ਕਰਦਾ। ਤਾਂ ਹੁਣ ਦੇਖਦੇ ਹਾਂ ਡਰੋਨ ਦੇ ਤੋੜ ਲਈ ਨਵੀਂ ਤਕਨੀਕ ਕੀ ਅਪਣਾਈ ਜਾ ਸਕਦੀ ਹੈ। ਐਂਟੀ ਡਰੋਨ ਤਕਨੀਕ ਅਪਣਾਈ ਜਾ ਸਕਦੀ ਹੈ। ਡਰੋਨ ਦੇ ਆਪਰੇਟਿੰਗ ਸਿਸਟਮ ਨੂੰ ਜਾਮ ਕੀਤਾ ਜਾ ਸਕਦਾ ਹੈ ਤਾਂ ਡਰੋਨ ਡਿਸੇਬਲ ਹੋ ਕੇ ਖੁਦ ਡਿੱਗ ਜਾਵੇਗਾ। ਤਕਨੀਕ ਕਾਫੀ ਮਹਿੰਗੀ ਵੀ ਹੈ ਤੇ ਤਜਰਬੇਕਾਰ ਵੀ ਨਹੀਂ ਹੈ। ਸੋ ਐਕਸਪਰਟਸ ਨੇ ਤਾਂ ਇੱਕ ਕਦਮ ਅੱਗੇ ਵਧ ਕੇ ਵੀ ਕਿਹਾ ਕਿ ਡਰੋਨ ਸਿਰਫ ਹਥਿਆਰ ਜਾਂ ਨਸ਼ਿਆਂ ਤੱਕ ਸੀਮਤ ਨਹੀਂ, ਬਲਕਿ ਭਵਿੱਖ ਕਈ ਕਿਸਮ ਦੇ ਅਟੈਕ ਲਈ ਵੀ ਵਰਤੇ ਜਾ ਸਕਦੇ ਨੇ।
ਤੁਸੀਂ ਦੇਖਿਆ ਹੈ ਜੰਮੂ ਪੁਲਿਸ 에ਅਰਫੋਰਸ ਸਟੇਸ਼ਨ ਤੇ ਇਹਨਾਂ ਨੇ ਡਰੋਨ ਨਾਲ ਅਟੈਕ ਕੀਤਾ ਸੀ, ਰਾਈਟ। ਸੋ ਸਪੋਜ਼ਿੰਗ ਇੱਥੇ ਕੋਈ ਵੱਡਾ ਪਬਲਿਕ ਮੀਟਿੰਗ ਹੋ ਰਹੀ ਹੈ, ਕੋਈ ਵੀਆਈਪੀ ਆਇਆ ਹੈ, ਉਹਦੇ ਉੱਪਰ ਇਹ ਡਰੋਨ ਛੱਡ ਦੇਣ ਔਰ ਉਹ ਉੱਥੇ ਜਾ ਕੇ ਬਲਾਸਟ ਮਾਰ ਦੇ। ਸੋ ਇਹ ਵੀ ਬੜਾ ਖਤਰਾ ਸਾਨੂੰ ਕਿ ਇਹ ਜਿਹੇ ਡਰੋਨਸ ਇਹ ਜਿਹੇ ਡਰੋਨਸ ਅਵੇਲੇਬਲ ਨੇ। ਤਾਂ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਤਾਜ਼ਾ ਜੋ ਤਕਨੀਕ ਨਸ਼ਾ ਤਸਕਰਾਂ ਵੱਲੋਂ ਵਰਤੀ ਜਾ ਰਹੀ ਹੈ, ਡਰੋਨਸ ਟੈਕਨੀਕ, ਤਾਂ ਉਸ ਦੇ ਨਾਲ ਨਜਿੱਠਣ ਦੇ ਲਈ ਹੁਣ ਬੀਐਸਐਫ ਪੂਰੀ ਤਰ੍ਹਾਂ ਤਿਆਰ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅਟਾਰੀ ਬਾਰਡਰ। ਤਾਂ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ। ਦਿਓ ਇਜਾਜ਼ਤ। ਧੰਨਵਾਦ।